ये जिहड़ा प्रोसैस है या जिहड़ा ये चीज़ इनिशिएटिव उपराला लिता जा रहा है ये अच्छी एक स्टार्टअप है। और वैसे भी अजकल काफ़ी स्कूल्स ने जिन्हों ने एक्टिविटी ओरिएंटेड अपनी स्टडी बेस कर दी है। जेकर वो टीचर्स नू अगर ट्रेन किया जाए वो भी अगर अच्छी ट्रेनिंग लैणगे तो किते ना किते असी एक अच्छे भविख वाल वेखांगे। खाली आप रट्टा मार रहे हैं, सिर्फ याद ही कर रहे हैं और ओदा कोई बेनिफिट ना निकले अगे, ओदा कोई फायदा नहीं। जरूरी है कंसैप्ट नू समझना, ना कि जो लिखिया है खाली उन्होंने लर्न करके अगे बोलना। मैम फॉरन का एजुकेशन सिस्टम बहुत बैटर आ इंडिया नालों। तुहानूं पता इंडिया च स्कूल भी चलते नहीं होंगे ने, स्कूलों चो लाइट नहीं होंगी, टीचर टाइम पर नहीं होंगे ने, टीचर छुट्टियां ते होंगे ने। जो प्राइवेट स्कूल पढ़ते थे वही ग्रो करते थे, सरकारी वाले जमी ग्रो नहीं करते। भगवंत मान ते अरविंद केजरीवाल जो काम किया दिल्ली स्कूलों लिए वो बहुत बैटर किया कि हाँ भी प्राइवेट स्कूल तो सरकारी स्कूल दोवें इक्वल करते। ਇੱਥੋਂ ਦੇ ਐਜੂਕੇਸ਼ਨ ਸਿਸਟਮ ਨੂੰ ਲੈ ਕੇ ਤੇ ਬਾਹਰ ਦੇ ਇੱਥੋਂ ਦਾ ਐਜੂਕੇਸ਼ਨ ਦਾ ਸਿਸਟਮ ਤਾਂ ਬਿਲਕੁਲ ਅਲੱਗ ਹੀ ਹੈ ਬਾਹਰ ਨਾਲੋਂ। ਇੱਥੇ ਜ਼ਿਆਦਾ ਰੱਟਾ ਵਾ, ਮਤਲਬ ਕੁਝ ਅਧਿਆਪਕ ਵੀ ਇੱਦਾਂ ਦੇ ਆ ਕਿ ਇਹਨੂੰ ਰਿਟਰਨ 'ਚ ਨਾ ਕਰੋ, ਇਹਨੂੰ ਬਸ ਰੱਟਾ ਦੇਖੀ ਚੱਲੋ ਤੇ ਉਹੀ ਉਹ ਦੂਜੀ ਸਾਈਡ ਚੇਪ ਦਿਓ। ਇੱਥੇ ਦਾ ਸਿਸਟਮ ਹੈ। ਕਿਉਂ ਲੱਗਦਾ ਹੈ ਕਿ ਇੱਦਾਂ ਜਿਵੇਂ ਇਹ ਕਿਹਾ ਜਾ ਰਿਹਾ ਕਿ ਹੁਣ ਜਿਹੜਾ ਇੱਥੇ ਨੌਕਰੀਆਂ ਮਿਲਣਗੀਆਂ ਜਾਂ ਹੋਰ ਚੀਜ਼ਾਂ, ਕੀ ਲੱਗਦਾ? ਕੁਝ ਵੀ ਨਹੀਂ ਹੋਊਗਾ ਇੱਥੇ, ਇਹ ਸਿਰਫ ਪੈਸਾ ਖਾਣਾ। ਪਰ ਜਿਹੜਾ ਹੁਣ ਐਲਾਨ ਕੀਤਾ, ਤੁਹਾਨੂੰ ਕੀ ਲੱਗਦਾ ਕਿ ਨੌਕਰੀਆਂ ਨੂੰ ਲੈ ਕੇ ਹੁਣ ਜਿਹੜਾ ਹਾਲ ਹੀ ਦੇ ਵਿੱਚ ਕਿਹਾ ਗਿਆ ਹੈ ਕਿ ਨੌਕਰੀਆਂ ਦਿੱਤੀਆਂ ਜਾਣਗੀਆਂ ਇੰਨੀਆਂ, ਤੁਹਾਨੂੰ ਲੱਗਦਾ? ਨਹੀਂ ਮੈਮ, ਨਹੀਂ ਮਿਲਣਗੀਆਂ ਨੂੰ। ਦਿੱਲੀ ਵਰਗੇ ਸਰਕਾਰੀ ਸਕੂਲ ਬਣਾਏ ਜਾਣਗੇ ਨਾ, ਕਿ ਤੁਹਾਨੂੰ ਲੱਗਦਾ ਹੈ ਕਿ ਇੱਦਾਂ ਦਾ ਕੁਝ ਹੋਏਗਾ? ਕੁਝ ਪਤਾ ਨਹੀਂ, ਕਹਿ ਨਹੀਂ ਸਕਦੇ, ਕੁਝ ਹੋ ਵੀ ਸਕਦਾ ਨਹੀਂ ਵੀ ਹੋ ਸਕਦਾ। ਨਮਸਤੇ, ਸਤਿ ਸ਼੍ਰੀ ਅਕਾਲ, ਮੈਂ ਨਿਧੀ ਵਰਮਾ ਤੇ ਤੁਸੀਂ ਦੇਖ ਰਹੇ ਹੋ ਦਾ ਸਿਟੀ ਹੈਡਲਾਈਨਸ। ਸੀਐਮ ਭਗਵੰਤ ਮਾਨ ਦਾ ਲੁਧਿਆਣਾ ਦੇ ਵਿੱਚ ਦੌਰਾ ਹੁੰਦਾ ਹੈ ਹਾਲ ਹੀ ਦੇ ਵਿੱਚ, ਤੇ ਉਸ ਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਐਜੂਕੇਸ਼ਨ ਸਿਸਟਮ ਨੂੰ ਲੈ ਕੇ ਜਿਵੇਂ ਲਗਾਤਾਰ ਗੱਲ ਕੀਤੀ ਜਾ ਰਹੀ ਹੈ, ਇਸ ਨੂੰ ਲੈ ਕੇ ਸੀਐਮ ਮਾਨ ਵੱਲੋਂ ਇੱਕ ਵਾਰ ਫਿਰ ਐਜੂਕੇਸ਼ਨ ਸਿਸਟਮ ਨੂੰ ਲੈ ਕੇ ਜਿਹੜੀ ਗੱਲ ਕੀਤੀ ਗਈ ਹੈ, ਤੇ ਇਸ ਵਿੱਚ ਉਹਨਾਂ ਨੇ ਹੁਣ ਜਿਹੜਾ ਇਸ ਵਾਰ ਇਹ ਗੱਲ ਕਹੀ ਹੈ ਕਿ ਰੱਟਾ ਆਪਣੇ ਜਿਹੜਾ ਐਜੂਕੇਸ਼ਨ ਸਿਸਟਮ ਦੇ ਵਿੱਚ ਹੈ, ਇੰਡੀਆ ਦੇ ਐਜੂਕੇਸ਼ਨ ਸਿਸਟਮ ਦੇ ਵਿੱਚ ਪੰਜਾਬ ਦੇ ਐਜੂਕੇਸ਼ਨ ਸਿਸਟਮ ਦੀ ਅਸੀਂ ਜੇ ਗੱਲ ਕਰੀਏ, ਇੱਕ ਰੱਟਾ ਸਿਸਟਮ ਜ਼ਰੂਰ ਦੇਖਿਆ ਜਾਂਦਾ ਹੈ ਕਿ ਹਰ ਸਟੂਡੈਂਟਸ ਰੱਟੇ ਲਗਾਉਣ ਦੇ ਉੱਪਰ ਜ਼ਿਆਦਾ ਜਿਹੜਾ ਜ਼ੋਰ ਦਿੰਦਾ। ਤੇ ਇਸ ਨੂੰ ਫੋਰਨ ਦੇ ਐਜੂਕੇਸ਼ਨ ਸਿਸਟਮ ਨੂੰ ਦੇਖੀਏ ਤੇ ਹਰ ਜਿਹੜਾ ਸਟੂਡੈਂਟ ਆਪਣੇ ਸਮਝ ਦੇ ਨਾਲ ਆਪਣੇ ਮੈਥਡ ਤੋਂ ਕਰਨ ਦੀ ਕੋਸ਼ਿਸ਼ ਵੀ ਕਰਦਾ ਹੈ ਤੇ ਉਸ ਨੂੰ ਐਪਰੀਸ਼ੀਏਟ ਵੀ ਕੀਤਾ ਜਾਂਦਾ। ਤੇ ਇਸੇ ਨੂੰ ਲੈ ਕੇ, ਇਸੇ ਸਿਸਟਮ ਨੂੰ ਲੈ ਕੇ ਲੋਕ ਕੀ ਕਹਿੰਦੇ ਨੇ ਕਿ ਅਸਲ ਦੇ ਵਿੱਚ ਇਹ ਚੀਜ਼ ਹੈ ਜਾਂ ਨਹੀਂ, ਕਿ ਇਸੇ ਇਹੀ ਰੀਜ਼ਨ ਹੈ ਕਿ ਲੋਕ ਫੋਰਨ ਦੇ ਵਿੱਚ ਜਾ ਕੇ ਆਪਣੀ ਸਟੱਡੀ ਕਰਨਾ ਜ਼ਿਆਦਾ ਵਧੀਆ ਸਮਝਦੇ ਨੇ। ਕਿ ਇਸ ਚੀਜ਼ ਨੂੰ ਲੈ ਕੇ ਅਸੀਂ ਗੱਲਬਾਤ ਕਰਾਂਗੇ ਲੋਕਾਂ ਦੇ ਨਾਲ ਤੇ ਜਾਣਾਂਗੇ ਕੀ ਰਾਏ ਦਿੰਦੇ ਨੇ। ਮੈਮ ਕੀ ਕਹੋਗੇ ਇਸ ਚੀਜ਼ ਨੂੰ ਲੈ ਕੇ ਕਿ ਐਜੂਕੇਸ਼ਨ ਸਿਸਟਮ ਨੂੰ ਲੈ ਕੇ ਇਸ ਟਾਈਮ ਤੇ ਕਾਫੀ ਜਿਹੜੀਆਂ ਗੱਲਾਂ ਬਾਤਾਂ ਕੀਤੀਆਂ ਜਾ ਰਹੀਆਂ, ਸੀਐਮ ਮਾਨ ਆਉਂਦੇ ਨੇ ਉਹ ਐਜੂਕੇਸ਼ਨ ਸਿਸਟਮ ਨੂੰ ਲੈ ਕੇ ਕਾਫੀ ਗੱਲ ਕਰਦੇ ਨੇ, ਤੇ ਹੁਣ ਇਸ ਚੀਜ਼ ਨੂੰ ਲੈ ਕੇ ਕੀ ਹੋਗੇ ਤੇ ਫੋਰਨ ਦੇ ਐਜੂਕੇਸ਼ਨ ਸਿਸਟਮ ਨੂੰ ਲੈ ਕੇ ਤੇ ਪੰਜਾਬ ਦੇ ਐਜੂਕੇਸ਼ਨ ਸਿਸਟਮ ਨੂੰ ਲੈ ਕੇ? ਵੈਲ ਮੈਂ ਤਾਂ ਇਹ ਕਹਾਂਗੀ ਕਿ ਇਹ ਜਿਹੜਾ ਪ੍ਰੋਸੈਸ ਹੈ ਜਾਂ ਜਿਹੜਾ ਇਹ ਚੀਜ਼ ਇਨੀਸ਼ੀਏਟਿਵ ਉਪਰਾਲਾ ਲਿੱਤਾ ਜਾ ਰਿਹਾ ਹੈ ਇਹ ਅੱਛੀ ਇੱਕ ਸਟਾਰਟਅਪ ਹੈਗਾ। क्योंकि अजकल जिवें असीं जाणदे कि साडे पंजाब विच वैसे हरेक नूं हैगा कि मैं बाहर जाके पढ़ाई करा, मैं बाहर नूं जावां, तो किते ना किते जो बच्चों के विच एक बेस बनेगी। और वैसे भी अजकल काफ़ी स्कूल्स ने जिन्होंने एक्टिविटी ओरिएंटेड अपनी स्टडी बेस कर दी है। तो मैनूं इदां लगदा है कि जेकर वो टीचर्स नूं अगर ट्रेन किया जाए वो भी अगर अच्छी ट्रेनिंग लैणगे तो किते ना किते असीं एक अच्छे भविख वाल वेखांगे और साडे बच्चों नूं हर तरह नाल एक अच्छा एक्सपोजर मिलेगा। रिवायती पढ़ाई या जिन्होंने असीं कहांगे जिहदे विच खाली आप रट्टा मार रहे हैं, सिर्फ याद ही कर रहे हैं और ओदा कोई बेनिफिट ना निकले अगे, ओदा कोई फायदा नहीं। क्योंकि अजकल दे करियर विच अजकल दे जिद्दां दे कॉरपोरेट सिस्टम है या जिन्हां दे अदारे ने जिद्दां दे, उन्हां विच किते ना किते तुहानूं अपने आप दे विच तुहाडे अगर टैलेंट है, अगर तुहाडे विच क्रिएटिविटी है तां ही तुसीं अगे वध पांदे हो। तो बहुत जरूरी है कि एजुकेशन सिस्टम साडा होर बेहतर होना चाहिए, होर वधिया होना चाहिए, तो किते ना किते वो मेल खांदा होवे कुछ नवे आने वाले प्रोसैसिस बारे। ग्लोबल जो असीं ग्लोबलाइजेशन की गल्लां करते हैं तो ग्लोबल तां ही होएगा जे ਉਹਦੇ ਵਿੱਚ कुछ नवा ऐड होएगा। तो मैनूं लगता है ये इनिशिएटिव ਜਿਹੜਾ ਸਾਡੇ ਕਹਿੰਦੇ ਹੈ ਮਾਨਯੋਗ चीफ मिनिस्टर सर ਲੈ ਰਹੇ ਨੇ ਇਹ ਬਹੁਤ ਵਧੀਆ ਹੈਗਾ ਔਰ ਇਹਦਾ ਸਾਨੂੰ ਬਹੁਤ ਅੱਛਾ ਬੈਨੀਫਿਟ ਹੀ ਹੋਏਗਾ। ਬਿਲਕੁਲ। ਤਾਂ ਜਿਵੇਂ ਤੁਸੀਂ ਕਿਹਾ ਹੁਣ ਰੱਟਾ ਸਿਸਟਮ ਹੈ ਨਾ, ਕਾਫੀ ਜਿਹੜਾ ਦੇਖਿਆ ਜਾਏ ਰੱਟਾ ਸਿਸਟਮ, ਤੇ ਇਸ ਚੀਜ਼ ਨੂੰ ਲੈ ਕੇ ਕਿੱਦਾਂ ਤੁਸੀਂ ਕਹੋਗੇ, ਕੀ ਕਹੋਗੇ ਇਸ ਚੀਜ਼ ਨੂੰ ਲੈ ਕੇ? ਰੱਟਾ ਸਿਸਟਮ ਇਸ ਕਰਕੇ ਕਹਿ ਰਹੀ ਹੈ ਕਿਉਂਕਿ ਇੱਕ ਉਹ
ਸ਼ੁਰੂ ਤੋਂ ਇੱਕ ਪ੍ਰੋਸੈਸ ਬਣਦਾ ਆ ਰਿਹਾ ਕਿ ਆਪਾਂ ਕੁਐਸਚਨ ਨੂੰ ਲਰਨ ਹੀ ਕਰਨਾ ਹੈ। ਜਦੋਂ ਅਸੀਂ ਕਹਿੰਦੇ ਕਰਾਂਗੇ ਕਿ ਜੇ ਕੋਈ ਇੱਕ ਸਟੋਰੀ ਹੈ ਉਹਨੂੰ ਲਰਨ ਕਰਨ ਦੀ ਵਜ੍ਹਾ ਉਹਦੇ ਵਿੱਚੋਂ ਕੁਐਸਚਨ ਆਨਸਰਸ ਬੱਚੇ ਨੂੰ ਪੁੱਛੇ ਜਾ ਰਹੇ ਨੇ ਤਾਂ ਉਹ ਬਹੁਤ ਅੱਛਾ ਹੈ ਕਿ ਉਹਨੂੰ ਅੰਡਰਸਟੈਂਡਿੰਗ ਹੋ ਰਹੀ ਹੈ। ਜ਼ਰੂਰੀ ਹੈ ਕਨਸੈਪਟ ਨੂੰ ਸਮਝਣਾ, ਨਾ ਕਿ ਜੋ ਲਿਖਿਆ ਹੈ ਖਾਲੀ ਉਹਨੂੰ ਲਰਨ ਕਰਕੇ ਅੱਗੇ ਬੋਲਣਾ। ਜੇ ਮੈਨੂੰ ਉਹਦਾ ਕਨਸੈਪਟ ਹੀ ਨਹੀਂ ਪਤਾ, ਮੈਨੂੰ ਜੇ ਉਹਦੀ ਅੰਡਰਲਾਈਨਿੰਗ ਡਿਟੇਲ ਹੀ ਨਹੀਂ ਪਤਾ ਤਾਂ ਮੈਂ ਉਸ ਨੂੰ ਅੱਗੇ ਜਾ ਕੇ ਵੱਧ ਕੁਝ ਕਰ ਨਹੀਂ ਸਕਦੀ ਹਾਂ। ਤਾਂ ਕਰਕੇ ਮੈਨੂੰ ਇਹ ਸਿਸਟਮ ਅੱਛਾ ਲੱਗਿਆ ਹੈ। ਤੇ ਦੇਖਿਆ ਜਾਵੇ ਕਿ ਫੋਰਨ ਕੰਟਰੀ ਦੇ ਵਿੱਚ ਕਾਫੀ ਜਿਹੜਾ ਹੈ ਬੱਚਿਆਂ ਨੂੰ ਇਸ ਚੀਜ਼ ਨੂੰ ਲੈ ਕੇ ਰੱਟਾ ਨਹੀਂ ਉੱਥੇ ਮਾਰਦੇ ਬੱਚੇ, ਤੇ ਇਹ ਦੇਖਿਆ ਜਾਂਦਾ ਕਿ ਕਾਫੀ ਉੱਥੇ ਐਜੂਕੇਸ਼ਨ ਸਿਸਟਮ ਵੀ ਕਾਫੀ ਡਿਫਰੈਂਟ ਹੈ। ਤੇ ਕੀ ਇਹੀ ਇੱਕ ਮੇਨ ਰੀਜ਼ਨ ਹੈ ਕਿ ਇੱਥੋਂ ਦੇ ਲੋਕ ਜਿਹੜੇ ਜ਼ਿਆਦਾਤਰ ਬਾਹਰ ਪੜ੍ਹਨ ਜਾਂਦੇ ਨੇ? ਇੱਕ ਮੇਨ ਰੀਜ਼ਨ ਇਹ ਵੀ ਲੱਗਦਾ ਕਿ ਤੁਹਾਨੂੰ ਕਿ ਇਸੇ ਚੀਜ਼ ਨੂੰ ਲੈ ਕੇ ਹਾਂ, ਐਕਟੀਵਿਟੀ ਓਰੀਐਂਟਡ ਹੋਣਾ ਉਹ ਵੀ ਇੱਕ ਡਿਫਰੈਂਸ ਹੈ। ਯੈਸ, ਜਿਹੜੇ ਆਪਣੇ ਬੱਚੇ ਇੱਧਰੋਂ ਦੀ ਜਦੋਂ ਕਹਿੰਦੇ ਬਾਹਰ ਪੜ੍ਹਨ ਜਾਂਦੇ ਹੈ ਉਹਨਾਂ ਨੂੰ ਵੀ ਕਾਫੀ ਐਡਜਸਟ ਕਰਨਾ ਪੈਂਦਾ ਉੱਧਰ ਦੇ ਮਾਹੌਲ ਵਿੱਚ, ਉੱਧਰ ਦੇ ਐਜੂਕੇਸ਼ਨ ਸਿਸਟਮ ਵਿੱਚ। ਉਹਨਾਂ ਨੂੰ ਵੀ ਟਾਈਮ ਲੱਗਦਾ ਹੈ ਉਹਨਾਂ ਚੀਜ਼ਾਂ ਵਿੱਚ ਐਡਜਸਟ ਕਰਨ ਨੂੰ। ਤਾਂ ਅਗਰ ਬੱਚਾ ਹੁਣ ਤੋਂ ਹੀ ਉਹਦਾ ਬੇਸ ਇੱਦਾਂ ਦਾ ਹੋਏਗਾ ਤਾਂ ਉਹ ਜਲਦੀ ਅਡੈਪਟ ਕਰੇਗਾ। ਔਰ ਸਾਡੇ ਕੋਲ ਇੱਕ ਅੱਛਾ ਐਜੂਕੇਸ਼ਨ ਸਿਸਟਮ ਹੋਣ ਕਰਕੇ ਅਸੀਂ ਹੋਰ ਬਿਹਤਰ ਕਹਿੰਦੇ ਤਰੀਕੇ ਨਾਲ ਆਪਾਂ ਕਹਿੰਦੇ ਆਪਣੇ ਪ੍ਰੋਸੈਸ ਨੂੰ ਬਣਾ ਸਕਦੇ ਹਾਂ। ਸਾਡੇ ਸਿਸਟਮ ਪ੍ਰੋਸੈਸਸ ਸਹੀ ਹੋਣਗੇ। ਸਾਡੇ ਅਗਰ ਅਸੀਂ ਗੱਲ ਕਰੀਏ ਸਾਡਾ ਜਿਹੜੀ ਪਾਲਿਸੀਜ਼ ਆ ਰਹੀਆਂ ਨੇ ਅੱਗੇ ਗਵਰਨਮੈਂਟ ਦੀ ਪਾਲਿਸੀਜ਼, ਰੂਲ ਰੈਗੂਲੇਸ਼ਨ, ਤਾਂ ਅਸੀਂ ਉਸ ਨੂੰ ਸਹੀ ਤਰ੍ਹਾਂ ਨਾਲ ਅੱਗੇ ਜਾ ਕੇ ਉਹਨੂੰ ਇੰਪਲੀਮੈਂਟ ਵੀ ਕਰ ਪਾਵਾਂਗੇ। ਤਾਂ ਬੈਟਰ ਹੈ ਕਿ ਅਸੀਂ ਕਨਸੈਪਟ ਨੂੰ ਸਮਝ ਕੇ ਕਰੀਏ। ਮੇਰਾ ਖੁਦ ਦਾ ਮੰਨਣਾ ਹੈ, ਮੈਂ ਵੀ ਆਪਣਾ ਤੇ ਇਹੀ ਦੇਖਦੀ ਕਿ ਅਸੀਂ ਕਨਸੈਪਟ ਨੂੰ ਸਮਝੀਏ, ਨਾ ਕਿ ਅਸੀਂ ਖਾਲੀ ਲਰਨ ਕਰਨ ਜਾਂ ਮਗਿੰਗ ਕਰਨ ਦੇ ਵਿੱਚ ਜਾਈਏ। ਮੈਮ ਫੋਰਨ ਦਾ ਐਜੂਕੇਸ਼ਨ ਸਿਸਟਮ ਬਹੁਤ ਬੈਟਰ ਆ ਇੰਡੀਆ ਨਾਲੋਂ। ਤੁਹਾਨੂੰ ਪਤਾ ਇੰਡੀਆ 'ਚ ਸਕੂਲ ਵੀ ਚੱਲਦੇ ਨਹੀਂ ਹੁੰਦੇ ਨੇ, ਤੇ ਗਰਮੀਆਂ 'ਚ ਦੇਖ ਲਓ ਜਦੋਂ ਬਰਸਾਤ ਦਾ ਟਾਈਮ ਹੁੰਦਾ ਵਾ ਤੇ ਪਾਣੀ ਕਿੰਨਾ ਭਰਿਆ ਹੁੰਦਾ ਵਾ ਸਕੂਲਾਂ ਵਿੱਚ। ਸਰਕਾਰੀ ਸਕੂਲ ਦੀ ਹਾਲਾਤ ਦੱਸ ਰਿਹਾ ਮੈਂ ਇਹ, ਤੇ ਬਾਹਰਲੇ ਫੋਰਨ 'ਚ ਦੇ ਲਓ ਕਿਹੋ ਜਿਹੇ ਹਾਲਾਤ ਉਹਦਾ, ਸੜਕਾਂ 'ਤੇ ਪਾਣੀ ਨਹੀਂ ਹੁੰਦਾ। ਜਿੱਥੇ ਸਕੂਲ 'ਚ ਪਾਣੀ ਹੋਵੇ ਤਾਂ ਬੱਚੇ ਕੀ ਪੜ੍ਹੂਗਾ? ਸਕੂਲਾਂ 'ਚ ਲਾਈਟ ਨਹੀਂ ਹੁੰਦੀ, ਟੀਚਰ ਟਾਈਮ 'ਤੇ ਨਹੀਂ ਹੁੰਦੇ ਨੇ, ਟੀਚਰ ਛੁੱਟੀਆਂ 'ਤੇ ਹੁੰਦੇ ਨੇ, ਤੇ ਇਹ ਐਜੂਕੇਸ਼ਨ 'ਚ ਫਰਕ ਆ। ਤਾਂ ਹੀ ਉੱਥੇ ਦੇ ਬੱਚੇ ਇੰਨੇ ਗਰੋ ਕਰਦੇ, ਕੰਟਰੀ ਨਹੀਂ ਗਰੋ ਕਰਦੀ ਹੈ ਤੇ ਇੰਡੀਆ ਕਿੱਥੇ ਘੱਟ ਗਰੋ ਕਰਦੀ ਹੈ। ਇਹੀ ਰੀਜ਼ਨ ਹੈ। ਜੇ ਪ੍ਰਾਈਵੇਟ ਸਕੂਲ 'ਚ ਪੜ੍ਹਦੇ ਤੇ ਉਹੀ ਗਰੋ ਕਰਦੇ ਤੇ ਸਰਕਾਰੀ ਵਾਲੇ ਤੇ ਜਮਾਂ ਹੀ ਗਰੋ ਨਹੀਂ ਕਰਦੇ। ਕਈ ਜਿਹੜੇ ਜ਼ਿਆਦਾ ਪੜ੍ਹਨ 'ਚ ਹੁਸ਼ਿਆਰ ਨੇ, ਜਿਹੜੇ ਫੰਡਾਮੈਂਟਲ ਸਟਰੋਂਗ ਨੇ, ਉਹੀ ਗਰੋ ਕਰਦੇ ਨੇ। ਬਿਲਕੁਲ। ਜਿਹੜੇ ਹੁਣ ਆਮ ਆਦਮੀ ਪਾਰਟੀ ਵੱਲੋਂ ਭਗਵੰਤ ਮਾਨ ਵੱਲੋਂ ਜਿਹੜੇ ਕਿਹਾ ਕਿ ਇਸ ਗਵਰਨਮੈਂਟ ਸਕੂਲ ਨੂੰ ਜਿਹੜਾ ਇੰਡੀਆ ਦੇ ਵਿੱਚ ਸੁਧਾਰਨ ਦੀ ਹੁਣ ਕੋਸ਼ਿਸ਼ ਕੀਤੀ, ਜਿਵੇਂ ਕਿ ਦਿੱਲੀ ਦੇ ਵਿੱਚ ਦਿੱਲੀ ਮਾਡਲ ਦੀ ਜਿਹੜੀ ਗੱਲ ਕੀਤੀ ਹੈ, ਇਸ ਨੂੰ ਲੈ ਕੇ ਕੀ ਲੱਗਦਾ ਕਿ ਇਸ ਨਾਲ ਜਿਹੜਾ ਫੋਰਨ ਦਾ ਐਜੂਕੇਸ਼ਨ ਸਿਸਟਮ ਨਾਲੋਂ ਜਿਹੜਾ ਪੰਜਾਬ ਦਾ, ਇੰਡੀਆ ਦਾ ਐਜੂਕੇਸ਼ਨ ਸਿਸਟਮ ਸੁਧਰੇਗਾ? ਮੈਮ ਦਿੱਲੀ 'ਚੋਂ ਜਿਹੜੇ ਸਾਨੂੰ ਫੋਟੋਆਂ ਦੇਖੀ ਨੇ, ਸੁਣਿਆ ਵਾ, ਬਹੁਤ ਬੈਟਰ ਸਕੂਲ ਦੇ ਹਾਲਾਤ ਨੇ। ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਜੋ ਕੰਮ ਕੀਤੇ ਦਿੱਲੀ ਦੇ ਸਕੂਲਾਂ ਲਈ ਉਹ ਬਹੁਤ ਬੈਟਰ ਕੀਤੇ ਕਿ ਹਾਂ ਵੀ ਪ੍ਰਾਈਵੇਟ ਸਕੂਲ ਤੇ ਸਰਕਾਰੀ ਸਕੂਲ ਦੋਵੇਂ ਇਕੁਅਲ ਕਰਤੇ। ਤੇ ਪੰਜਾਬ ਵਿੱਚ ਇਹੋ ਜਿਹੇ ਹਾਲਾਤ ਹੈ ਨਹੀਂ ਗੇ। ਤੁਹਾਨੂੰ ਆਪ ਪਤਾ ਸਰਕਾਰੀ ਸਕੂਲ ਦੇ ਤੁਸੀਂ ਹਾਲਾਤ ਜਾ ਕੇ ਦੇਖ ਲਓ, ਭਾਵੇਂ ਉਹਨੂੰ ਕਹਿੰਦੇ ਨੇ ਸਮਾਰਟ ਸਕੂਲ, ਬਟ ਸਮਾਰਟ ਹੁੰਦਾ ਨਹੀਂ ਉਹ। ਤੁਹਾਨੂੰ ਵੀ ਪਤਾ ਐਜੂਕੇਸ਼ਨ ਪੱਖੋਂ ਸਮਾਰਟ ਨਹੀਂ ਹੁੰਦਾ, ਬਣਾਉਣ ਨੂੰ ਇਮਾਰਤਾਂ ਖੜੀ ਨਾ ਕੋਈ ਸਮਾਰਟ ਨਹੀਂ ਹੁੰਦੀ। ਜਦੋਂ ਤੱਕ ਉਹਦੇ ਵਿੱਚ ਬੱਚੇ ਚੱਜ ਨਾਲ ਪੜ੍ਹਨ ਨਾ, ਸਾਰੀ ਸੁਵਿਧਾਵਾਂ ਨਾ ਹੋਣ, ਉਹ ਤਾਂ ਕੋਈ ਸਕੂਲ ਸਮਾਰਟ ਨਹੀਂ ਹੁੰਦਾ। ਬਾਕੀ ਜੋ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਕਰ ਰਹੇ ਨੇ ਸਕੂਲਾਂ ਲਈ, ਬਹੁਤ ਕਾਫੀ ਉਹਨਾਂ ਨੇ ਕੰਮ ਕੀਤੇ, ਉਹ ਵਧੀਆ ਚੀਜ਼ ਆ। ਅਪਰੋਚ ਵਧੀਆ, ਉਹਨਾਂ ਦੀ ਸੋਚ ਵਧੀਆ ਵਾ ਕਿ ਹਾਂ ਵੀ ਕਰ ਰਹੇ ਨੇ ਆਪਣਾ। ਤੇ ਜੇ ਇਹੋ ਜਿਹਾ ਸਿਸਟਮ ਹੋ ਜਾਵੇ ਤਾਂ ਮੈਂ ਕਾਫੀ ਵਧੀਆ ਹੋਪ ਕਰਦਾ ਕਿ ਹਾਂ ਵੀ ਐਜੂਕੇਸ਼ਨ ਸਿਸਟਮ ਆਪਣਾ ਬਹੁਤ ਵਧੀਆ ਸਕੂਲ ਗਰੋ ਕਰੂਗਾ ਤੇ ਇਹਦੇ ਨਾਲ ਬੱਚਿਆਂ ਦਾ ਫਿਊਚਰ ਵੀ ਬਿਲਡ ਵਧੀਆ ਹੋਊਗਾ। ਤੇ ਬਿਲਕੁਲ, ਜੇ ਅਸੀਂ ਸਟੱਡੀ ਦੀ ਗੱਲ ਕਰੀਏ ਹੈ ਨਾ ਇੱਥੇ, ਤੇ ਉੱਥੇ ਸਟੱਡੀ ਦੇ ਵਿੱਚ ਕਿੰਨਾ ਗੈਪ ਦੇਖਦੇ ਹੋ? ਮੈਮ ਸਟੱਡੀ ਤਾਂ ਮੈਮ ਬਹੁਤ ਗੈਪ ਆ ਉਰੇ। ਮੈਮ ਤੁਹਾਨੂੰ ਪਤਾ ਹੀ ਹੈ ਕਿਹੋ ਜਿਹੀ ਸਟੱਡੀ ਹੁੰਦੀ ਆ, ਉੱਥੇ ਕਿਹੋ ਜਿਹੀ ਸਟੱਡੀ ਹੁੰਦੀ ਹੈ। ਸਟੱਡੀ ਵਿੱਚ ਬਹੁਤ ਗੈਪ ਆ, ਟੀਚਰ ਜ਼ਿਆਦਾ ਕਲਾਸਾਂ ਹੀ ਲਾਉਂਦੇ। ਸਟੱਡੀ ਵਿੱਚ ਮੈਂ ਫਰਕ ਵੀ ਹੈਗਾ ਉਰੇ ਸਬਜੈਕਟ ਵਾਈਜ਼, ਉਹਨੀ ਸਟੱਡੀ ਬੱਚਾ ਕਰ ਨਹੀਂ ਪਾਉਂਦਾ ਉਹਨਾਂ, ਕਿਉਂਕਿ ਜੇ ਨਾ ਬੱਚਾ ਗਰੀਬ, ਥੋੜਾ ਘਰੋਂ ਗਰੀਬ ਹੋਵੇ, ਉਹਨੇ ਆਪਣੇ ਘਰ ਦੇ ਵੀ ਹਾਲਾਤ ਦੇਖਣੇ ਆ, ਉਹ ਸਟੱਡੀ ਤੋਂ ਨਾ ਫੋਕਸ ਨਹੀਂ ਕਰ ਪਾਉਂਦਾ। ਜੇ ਮੁੰਡਾ ਸਟੱਡੀ ਤੇ ਫੋਕਸ ਨਾ ਕਰ ਸਕੇ, ਉਹ ਆਪਣਾ ਫਿਊਚਰ ਨਹੀਂ ਬਣਾ ਪਾਊਗਾ। ਇੱਥੋਂ ਦੇ ਐਜੂਕੇਸ਼ਨ ਸਿਸਟਮ ਨੂੰ ਲੈ ਕੇ ਤੇ ਬਾਹਰ ਦੇ ਇੱਥੋਂ ਦਾ ਐਜੂਕੇਸ਼ਨ ਦਾ ਸਿਸਟਮ ਤਾਂ ਬਿਲਕੁਲ ਅਲੱਗ ਹੈ ਬਾਹਰ ਨਾਲੋਂ। ਇੱਥੇ ਜ਼ਿਆਦਾ ਰੱਟਾ ਵਾ, ਮਤਲਬ ਕੁਝ ਅਧਿਆਪਕ ਵੀ ਇੱਦਾਂ ਦੇ ਆ ਕਿ ਇਹਨੂੰ ਰਿਟਰਨ 'ਚ ਨਾ ਕਰੋ, ਇਹਨੂੰ ਬਸ ਰੱਟਾ ਦੇਖੀ ਚੱਲੋ ਤੇ ਉਹੀ ਉਹ ਦੂਜੀ ਸਾਈਡ ਚੇਪ ਦਿਓ। ਇੱਥੇ ਦਾ ਸਿਸਟਮ ਹੈ। ਬਾਹਰਲਾ ਵਗੈਰਾ ਹੈ ਕਿ ਰਿਟਰਨ 'ਚ ਕਰਾਉਂਦੇ ਆ ਸਾਰਾ ਕੁਝ, ਬਹੁਤ ਉੱਥੇ ਦਾ ਹੈ ਤੇ ਇੱਥੇ ਦਾ ਐਜੂਕੇਸ਼ਨ ਬਹੁਤ ਡਿਫਰੈਂਟ ਆ। ਕਿਉਂ ਲੱਗਦਾ ਹੈ ਕਿ ਇੱਦਾਂ, ਜਿਵੇਂ ਇਹ ਕਿਹਾ ਜਾ ਰਿਹਾ ਕਿ ਹੁਣ ਜਿਹੜਾ ਇੱਥੇ ਨੌਕਰੀਆਂ ਮਿਲਣਗੀਆਂ ਜਾਂ ਹੋਰ ਚੀਜ਼ਾਂ, ਕੀ ਲੱਗਦਾ? ਕੁਝ ਵੀ ਨਹੀਂ ਹੋਊਗਾ ਇੱਥੇ, ਇਹ ਸਿਰਫ ਪੈਸਾ ਖਾਣਾ। ਮੈਂ ਮੰਤਰੀਆਂ ਮੁੰਦਿਆਂ ਨੇ ਸਭ ਪੈਸਾ ਖਾਣਾ ਵਾ। ਜਿਵੇਂ ਪਿਛਲੀ ਵਾਰ ਉਹਨਾਂ ਨੇ ਵੀ, ਕੈਪਟਨ ਸਾਹਿਬ ਨੇ ਵੀ ਇਹ ਕਿਹਾ ਕਿ ਹਰ ਘਰ ਵਿੱਚ ਸਰਕਾਰੀ ਨੌਕਰੀ ਹੋਊਗੀ। ਕਿ ਕੁਝ ਮਿਲੀ ਕਿਸੇ ਨੂੰ? ਆਈਫੋਨ, ਸਮਾਰਟਫੋਨ ਮਿਲੇ ਕਿਸੇ ਨੂੰ? ਕੁਝ ਵੀ ਨਹੀਂ ਮਿਲਿਆ। ਪਰ ਜਿਹੜਾ ਹੁਣ ਐਲਾਨ ਕੀਤਾ, ਤੁਹਾਨੂੰ ਕੀ ਲੱਗਦਾ ਕਿ ਨੌਕਰੀਆਂ ਨੂੰ ਲੈ ਕੇ ਹੁਣ ਜਿਹੜਾ ਹਾਲ ਹੀ ਦੇ ਵਿੱਚ ਕਿਹਾ ਗਿਆ ਹੈ ਕਿ ਨੌਕਰੀਆਂ ਦਿੱਤੀਆਂ ਜਾਣਗੀਆਂ ਇੰਨੀਆਂ, ਤੁਹਾਨੂੰ ਲੱਗਦਾ? ਨਹੀਂ ਮੈਮ, ਨਹੀਂ ਮਿਲਣਗੀਆਂ ਨੌਕਰੀਆਂ, ਇੱਦਾਂ ਹੀ ਧੱਕੇ ਖਾਣੇ। ਪਰ ਜੇ ਐਜੂਕੇਸ਼ਨ ਸਿਸਟਮ ਦੀ ਗੱਲ ਕਰੀਏ ਤੇ ਤੁਹਾਨੂੰ ਕੀ ਲੱਗਦਾ ਕਿੰਨਾ ਹੋਰ ਸੁਧਰਨ ਦੀ ਲੋੜ ਹੈ ਪੰਜਾਬ ਦੇ ਵਿੱਚ? ਪੰਜਾਬ 'ਚ ਮੈਡਮ ਜੇ ਕੋਈ ਚੱਜ ਦਾ ਲੀਡਰ ਆਊਗਾ ਤਾਂ ਪੰਜਾਬ ਦਾ ਸੁਧਾਰ ਹੋ ਵੀ ਸਕਦਾ। ਬਟ ਹੁਣ ਦੇਖੋ ਨਵੀਂ
ਉਹ ਆਈ ਆ ਆਪਣੀ ਗਵਰਨਮੈਂਟ ਆਈ ਹੈ ਸਰਕਾਰ, ਸ਼ਾਇਦ ਕੁਝ ਚੇਂਜ ਹੋ ਜੇ। ਜਿਵੇਂ ਆਮ ਆਦਮੀ ਪਾਰਟੀ ਵੱਲੋਂ ਕਿਹਾ ਜਾ ਰਿਹਾ ਹੈ ਕਿ ਦਿੱਲੀ ਵਰਗੇ ਸਰਕਾਰੀ ਸਕੂਲ ਬਣਾਏ ਜਾਣਗੇ, ਹੈ ਨਾ, ਕਿ ਤੁਹਾਨੂੰ ਲੱਗਦਾ ਹੈ ਕਿ ਇਦਾਂ ਦਾ ਕੁਝ ਹੋਏਗਾ? ਕੁਝ ਪਤਾ ਨਹੀਂ, ਕਹਿ ਨਹੀਂ ਸਕਦੇ, ਕੁਝ ਹੋ ਵੀ ਸਕਦਾ ਨਹੀਂ ਵੀ ਹੋ ਸਕਦਾ। ਠੀਕ ਹੈ ਜੀ। ਬਾਕੀ ਹਸਪੀਟਲ ਵੀ ਕਹਿ ਰਹੇ ਆ ਦਿੱਲੀ ਵਾਂਗ ਬਣਨਗੇ ਇੱਥੇ, ਤੇ ਸਕੂਲ ਵੀ ਬਣਨਗੇ, ਐਜੂਕੇਸ਼ਨ ਸੇਮ ਦਿੱਲੀ ਵਾਲੀ ਹੋਊਗੀ ਇੱਥੇ, ਪ੍ਰਾਈਵੇਟ ਸਕੂਲਾਂ ਨੂੰ ਸਰਕਾਰੀ ਸਕੂਲ ਦੇ ਬਰਾਬਰ ਕੀਤਾ ਜਾਊਗਾ। ਸ਼ਾਇਦ ਹੋ ਵੀ ਸਕਦਾ ਨਹੀਂ ਵੀ ਹੋ ਸਕਦਾ, 50-50 ਆ। ਤੇ ਅਸੀਂ ਜੇ ਗੱਲ ਕਰ ਰਹੇ ਹਾਂ ਫੋਰਨ ਦੇ ਐਜੂਕੇਸ਼ਨ ਸਿਸਟਮ ਦੀ ਤੇ ਜੇ ਇੱਥੋਂ ਦੇ ਐਜੂਕੇਸ਼ਨ ਸਿਸਟਮ ਦੀ, ਤੇ ਕੀ ਲੱਗਦਾ ਹੈ ਕਿ ਹੋਰ ਕਿੰਨਾ ਦੋਨਾਂ ਦੇ ਵਿੱਚ ਡਿਫਰੈਂਸ ਦੇਖਿਆ ਜਾ ਰਿਹਾ ਹੈ? ਕਿੰਨਾ, ਜਿਵੇਂ ਤੁਸੀਂ ਕਿਹਾ ਰੱਟਾ ਸਿਸਟਮ ਇੱਥੇ ਜ਼ਿਆਦਾ ਹੈ ਨਾ, ਕਿੱਦਾਂ ਠੀਕ ਕੀਤਾ ਜਾ ਸਕਦਾ ਇਸ ਨੂੰ? ਇਸ ਤੁਹਾਨੂੰ ਤੁਹਾਡੀ ਕੀ ਰਾਏ ਹੈ? ਮੈਡਮ ਮੇਰੀ ਤਾਂ ਰਾਏ ਇਸ ਟਾਈਮ ਕੁਝ ਵੀ ਨਹੀਂ ਹੈਗੀ। ਜੇ ਬੰਦੇ ਦੀ ਆਪਣੀ ਸੋਚ ਹੈ, ਜਿਵੇਂ ਬੰਦੇ ਨੂੰ ਐਜੂਕੇਸ਼ਨ ਮਿਲੂਗੀ ਉਸ ਹਿਸਾਬ ਨਾਲ ਬੰਦਾ ਕਰੂਗਾ। ਜਦੋਂ ਅਧਿਆਪਕ ਹੀ ਉੱਦਾਂ ਦੇ ਆ ਕਿ ਬੰਦੇ ਨੂੰ ਪੜ੍ਹਾਉਣਾ ਹੀ ਨਹੀਂ, ਲਿਖਾਉਣਾ ਨਹੀਂ, ਤਨਖਾਹਾਂ ਗਵਰਨਮੈਂਟ ਵੱਲੋਂ ਖਾਈ ਜਾਣੀਆਂ ਵਾ, ਤਾਂ ਫਿਰ ਅਧਿਆਪਕ ਦੀ ਗਲਤੀ ਮੰਨੀ ਜਾਊਗੀ ਨਾ। ਜਿੱਦਾਂ ਅਸੀਂ ਐਜੂਕੇਸ਼ਨ ਸਿਸਟਮ ਨੂੰ ਲੈ ਕੇ ਹੀ ਗੱਲਬਾਤ ਕਰ ਰਹੇ ਸੀ ਲੋਕਾਂ ਦੇ ਨਾਲ, ਕਿ ਦੇਖਿਆ ਜਾਂਦਾ ਹੈ ਜਿਵੇਂ ਕਿ ਸੀਐਮ ਮਾਨ ਵੱਲੋਂ, ਪਹਿਲੇ ਵੀ ਤੁਹਾਨੂੰ ਦੱਸਿਆ ਕਿ ਸੀਐਮ ਮਾਨ ਵੱਲੋਂ ਜਿਹੜੀ ਇਹ ਸਭ ਗੱਲਾਂ ਕਹੀਆਂ ਗਈਆਂ ਨੇ ਰੱਟਾ ਸਿਸਟਮ ਜਾਂ ਫਿਰ ਹੋਰ ਚੀਜ਼ਾਂ ਨੂੰ ਲੈ ਕੇ, ਕਿ ਇਸ ਨੂੰ ਲੈ ਕੇ ਗੱਲ ਕਰ ਰਹੀ ਸੀ ਕਿ ਅਕਸਰ ਦੇਖਿਆ ਜਾਂਦਾ ਹੈ ਕਿ ਲੋਕਾਂ ਨਾਲ ਗੱਲਬਾਤ ਕਰਨ ਤੇ ਕਿਹਾ ਗਿਆ ਹੈ ਕਿ ਸਹੀ ਹੈ ਇਹ ਚੀਜ਼ ਕਿ ਲੁਧਿਆਣਾ, ਪੰਜਾਬ ਦੇ ਵਿੱਚ, ਜੇ ਇੰਡੀਆ ਦੇ ਵਿੱਚ ਜੇ ਅਸੀਂ ਗੱਲ ਕਰੀਏ ਕਿ ਰੱਟਾ ਸਿਸਟਮ ਜ਼ਿਆਦਾ ਦੇਖਿਆ ਜਾਂਦਾ ਹੈ, ਕਿਉਂਕਿ ਹਰ ਇੱਕ ਸਟੂਡੈਂਟ ਜਿਹੜਾ ਹੈ ਇੱਕ ਬੁਕਿਸ਼ ਨੌਲੇਜ ਨੂੰ ਲੈ ਕੇ ਹੀ ਚੱਲਦਾ ਹੈ ਕਿ ਐਕਸਟਰਾ ਨੌਲੇਜ ਨੂੰ ਨਹੀਂ। ਤੇ ਬਾਹਰ ਦੀ ਜੇ ਗੱਲ ਕਰੀਏ ਫੋਰਨ ਦੇ ਵਿੱਚ, ਤੇ ਅਲੱਗ ਮੈਥਡ ਨਾਲ, ਅਲੱਗ ਤਰੀਕੇ ਨਾਲ ਕੰਮ ਕਰਨਾ ਜਾਂ ਅਲੱਗ-ਅਲੱਗ ਇਨੋਵੇਸ਼ਨ ਕਰਨਾ ਲੋਕਾਂ ਨੂੰ ਜ਼ਿਆਦਾ ਪਸੰਦ ਹੈ, ਜਿਸ ਨੂੰ ਲੈ ਕੇ ਟੀਚਰਸ ਜਿਹੜੇ ਨੇ ਉਸ ਨੂੰ ਐਪਰੀਸ਼ੀਏਟ ਵੀ ਕਰਦੇ ਨੇ। ਕਿ ਇਹ ਗੱਲ ਅਸੀਂ ਕਰਦੇ ਵਿੱਚ ਲੋਕਾਂ ਨੂੰ ਇਹੀ ਗੱਲ ਜਿਹੜਾ ਹੈ ਸਹੀ ਲੱਗੀ ਕਿ ਰੱਟਾ ਸਿਸਟਮ ਜ਼ਿਆਦਾ ਦੇਖਿਆ ਜਾਂਦਾ। ਇਸ ਨੂੰ ਲੈ ਕੇ ਤੁਹਾਡੀ ਕੀ ਰਾਏ ਹੈ? ਤੁਸੀਂ ਵੀ ਕਮੈਂਟ ਸੈਕਸ਼ਨ 'ਚ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਿਓ। ਇੱਕ ਤੇ ਦੇਖਦੇ ਰਹੋ ਦ ਸਿਟੀ ਹੈਡਲਾਈਨਸ। ਕੈਮਰਾਮੈਨ ਮਨੀਸ਼ ਦੇ ਨਾਲ ਮੈਂ ਨਿਧੀ ਵਰਮਾ।